ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇੱਕ ਬਿੱਲ ਪੇਸ਼ ਕੀਤੇ ਜਾਣ ਦੇ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਤਹਿਤ ਸਟਰਾਟਾ ਸੰਬੰਧੀ ਕਾਨੂੰਨ ਦੇ ਵਿੱਚ ਸੋਧ ਕੀਤੀ ਜਾਵੇਗੀ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਸਟਰਾਟਾ ਫੀਸ ਨੂੰ ਲੈ ਕੇ ਜੋ ਇਹ ਖਰਚੇ ਨੇ ਉਹਨਾਂ ਦੇ ਬਾਰੇ ਲੋਕਾਂ ਦੇ ਵੱਲੋਂ ਬਾਰ-ਬਾਰ ਇਸ ਸਮੇਂ ਸਵਾਲ ਚੁੱਕੇ ਜਾ ਰਹੇ ਸਨ ਤੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਇੱਕ ਰਿਪੋਰਟ ਸਾਹਮਣੇ ਆਈ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1.5 ਮਿਲੀਅਨ 1.5 ਮਿਲੀਅਨ ਦੇ ਕਰੀਬ ਲੋਕ ਨੇ ਜਿਹੜੇ ਉਹ ਕੌਂਡੋਸ ਵਿੱਚ, ਟਾਊਨ ਹਾਊਸਿਸ ਵਿੱਚ ਜਾਂ ਫਿਰ ਅਜਿਹੀਆਂ ਪ੍ਰੋਪਰਟੀਜ਼ ਦੇ ਵਿੱਚ ਰਹਿੰਦੇ ਨੇ ਜਿੱਥੇ ਉਹਨਾਂ ਨੂੰ ਅਜਿਹੇ ਖਰਚੇ ਦੇਣੇ ਪੈਂਦੇ ਨੇ ਤੇ ਜਿਸ ਤੋਂ ਬਾਅਦ ਹਰ ਸਾਲ 40% ਦੇ ਕਰੀਬ ਅਜਿਹੇ ਖਰਚਿਆਂ ਦੇ ਵਿੱਚ ਵਾਧਾ ਹੁੰਦਾ ਹੈ ਤੇ ਮੈਟਰੋ ਵੈਨਕੂਵਰ ਦੇ ਵਿੱਚ ਇਹ ਵਾਧਾ ਕਰੀਬ 50% ਤੱਕ ਦਾ ਹੈ, ਜਿਸ ਨਾਲ ਵਿੱਤੀ ਬੋਝ ਬਹੁਤ ਜ਼ਿਆਦਾ ਲੋਕਾਂ ਦੇ ਉੱਤੇ ਪੈਂਦਾ ਹੈ। ਤੇ ਇਸ ਨੂੰ ਲੈ ਕੇ ਹੁਣ ਸੋਧ ਕੀਤੇ ਜਾਣ ਤੋਂ ਬਾਅਦ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋ ਇਹ ਬਿੱਲ ਪੇਸ਼ ਕੀਤਾ ਗਿਆ ਹੈ ਉਸ ਦੇ ਨਾਲ ਕਾਫੀ ਲੋਕਾਂ ਨੂੰ ਫਾਇਦਾ ਹੋਵੇਗਾ, ਜਿਸ ਦੇ ਵਿੱਚ ਕੁਝ ਅਹਿਮ ਗੱਲਾਂ ਜਿਹੜੀਆਂ ਹੈਗੀਆਂ ਨੇ ਇਸ ਸੋਧ ਵਿੱਚ ਕੀਤੀਆਂ ਜਾਣਗੀਆਂ ਉਹ ਮੈਂ ਤੁਹਾਨੂੰ ਹੁਣ ਦੱਸ ਦਿੰਦੀ ਹਾਂ ਕਿ ਸਭ ਤੋਂ ਅਹਿਮ ਇਹੋ ਹੈ ਕਿ ਤੀਜੀ ਧਿਰ ਨੂੰ ਇਸ ਦੇ ਵਿੱਚ ਜਿਹੜੀ ਫੀਸ ਦਿੱਤੀ ਜਾਂਦੀ ਹੈ ਉਸ ਦੇ ਉੱਤੇ ਰੋਕ ਲਾਈ ਜਾਵੇਗੀ, ਜਿਵੇਂ ਕਿ ਜੋ ਇੰਸ਼ੋਰਰਸ ਨੇ ਜਾਂ ਬ੍ਰੋਕਰਸ ਨੇ ਜਿਹੜੀ ਉਹਨਾਂ ਦੀ ਰੈਫਰਲ ਫੀਸ ਹੁੰਦੀ ਹੈ ਉਸ ਦੇ ਉੱਤੇ ਰੋਕ ਲਗਾਈ ਜਾਵੇਗੀ ਇਸ ਸੋਧ ਤੋਂ ਬਾਅਦ। ਤੇ ਨਾਲ ਹੀ ਜੋ ਸਟਰਾਟਾ ਕਾਰਪੋਰੇਸ਼ਨਸ ਨੇ ਉਹ ਮਾਲਕਾਂ ਨੂੰ ਚੰਗੀ ਤਰ੍ਹਾਂ ਦੱਸਣਗੀਆਂ ਕਿ ਆਖਿਰ ਕਿਹੜੀ ਪਾਲਿਸੀ ਦੇ ਵਿੱਚ ਕਿਵੇਂ ਦਾ ਬਦਲਾਅ ਆਇਆ ਹੈ ਤੇ ਇੰਸ਼ੋਰੈਂਸ ਵਿੱਚ ਜੇਕਰ ਬਦਲਾਅ ਆਇਆ ਤਾਂ ਕਿਉਂ ਆਇਆ, ਪੂਰੀ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਜਾਵੇਗੀ। ਤਾਂ ਕੁਝ ਅਜਿਹੇ ਕਦਮ ਚੁੱਕਣ ਦੇ ਬਾਰੇ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਦਿੱਤੀ ਹੈ ਜੋ ਸਟਰਾਟਾ ਸੰਬੰਧੀ ਸੋਧ ਇਸ ਕਾਨੂੰਨ 'ਚ ਕੀਤੀ ਜਾਵੇਗੀ। ਅਹਿਮ ਹੈ ਕਿ ਇਸ ਦੇ ਵਿੱਚ ਪਾਰਦਰਸ਼ਤਾ 'ਚ ਵਾਧਾ ਕਰਨ ਦੀ ਗੱਲ ਕਹੀ ਗਈ ਹੈ, ਕਿਉਂਕਿ ਇਸ 'ਚ ਕਿਹਾ ਗਿਆ ਕਿ ਸਾਫ਼ ਤੌਰ ਦੇ ਉੱਤੇ ਜੋ ਗਾਈਡਲਾਈਨਸ ਨੇ ਉਹ ਦੱਸੀਆਂ ਜਾਣਗੀਆਂ ਕਿ ਆਖਿਰ ਜਿਹੜੀ ਸਟਰਾਟਾ ਫੀਸ ਹੈ ਉਹ ਕਿਉਂ ਲਈ ਜਾ ਰਹੀ ਹੈ ਤੇ ਉਸ ਦੇ ਨਾਲ ਕਿਹੜੀਆਂ ਚੀਜ਼ਾਂ ਦੀ ਗਰੰਟੀ ਮਿਲਦੀ ਹੈ ਤੇ ਕਿਹੜੀਆਂ ਸਹੂਲਤਾਂ ਨੇ ਜਿਹੜੀਆਂ ਉਹ ਮਿਲਦੀਆਂ ਨੇ। ਸਟਰਾਟਾ ਦੇ ਅਧੀਨ ਹੀ ਮਾਲਕਾਂ ਨੂੰ ਇਸ ਦੇ ਵਿੱਚ ਬਚਾਅ ਮਿਲੇਗਾ, ਜੋ ਵੱਡੇ ਲੌਸੂਟ ਹੁੰਦੇ ਨੇ ਸਟਰਾਟਾ ਦੇ ਵੱਲੋਂ ਹੀ ਉਸ ਦੇ ਬਾਰੇ ਵੀ ਮਦਦ ਮਿਲੇਗੀ। ਆਮ ਤੌਰ ਤੇ ਲੋਕਾਂ ਵੱਲੋਂ ਕਈ ਵਾਰ ਸਵਾਲ ਪੁੱਛੇ ਜਾਂਦੇ ਨੇ ਕਿ ਸਟਰਾਟਾ ਫੀਸ ਨੂੰ ਲੈ ਕੇ ਵੀ, ਕਿਉਂਕਿ ਕੋਵਿਡ-19 ਦੇ ਦੌਰਾਨ ਵੀ ਇਸ ਦੇ ਵਿੱਚ ਜੋ ਰਾਹਤ ਸੰਬੰਧੀ ਜਾਂ ਕੋਈ ਵੀ ਐਲਾਨ ਨਹੀਂ ਸੀ ਕੀਤਾ ਗਿਆ ਤੇ ਇਸ ਸੰਬੰਧੀ ਜਦੋਂ ਜ਼ਿਆਦਾ ਸਵਾਲ ਵੀ ਸਾਹਮਣੇ ਆਏ ਤਾਂ ਇਸ ਦੇ ਉੱਤੇ ਰਿਪੋਰਟ ਵੀ ਸਾਹਮਣੇ ਆਈ ਕਿ ਕਿਸ ਤਰ੍ਹਾਂ ਵਿੱਤੀ ਬੋਝ ਲੋਕਾਂ ਦੇ ਉੱਤੇ ਪੈਂਦਾ ਹੈ। ਤੇ ਹੁਣ ਇਸੇ ਦੇ ਵਿੱਚ ਸੋਧ ਕਰਨ ਦੇ ਬਾਰੇ ਜੋ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ, ਦਾਅਵਾ ਤਾਂ ਇਹ ਕੀਤਾ ਜਾ ਰਿਹਾ ਹੈ ਕਿ ਇਸ ਸੋਧ ਤੋਂ ਬਾਅਦ ਲੋਕਾਂ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲੇਗੀ। For most British Columbians, as we all know, the last few months have been a time of profound change. COVID-19 has disrupted all the routines, everything from heading in the office at the start of the day to being able to visit our loved ones. The pandemic has changed the way we do business, with many restaurants and shops only now opening up. And the pandemic, as everyone knows, also delayed the spring session by closing the legislature. While COVID-19 put many aspects of our daily life on pause, it didn't take away some of the existing challenges that are being faced in our province, including those being faced by strata owners. Throughout BC, too many people have seen the cost of strata insurance skyrocket. In late 2019, we began to hear examples of significant shifts in the strata insurance market that went well beyond any kind of normal market corrections. In response, I directed the Financial Services Authority to examine the issue in depth. Last week, the BCFSA provided their interim report to government. The report showed that premiums have risen by approximately 40% across the province. It also confirmed that this is an incredibly complex situation with provincial and global factors contributing to the costs. And that includes everything from rising property values to earthquake risk. While the report confirms the reasons behind the increased prices are complicated, it's in fact very clear that the results are not. The current situation is unacceptable, and there is no quick fix for this problem. But as the Financial Services Authority says in their interim report, we all have a role to play in returning the strata market, the insurance market, back to balance. And that's what our government is intending to do. Today, we tabled legislation to amend the Strata Property Act and the Financial Institutions Act. This legislation will bring more transparency to the strata insurance market
and help strata councils and owners cope with the current situation. Minister Robinson is going to provide more details on the legislation, but briefly just touching on the finance pieces, one of the steps we are taking is to prohibit referral fees. This means that insurers and insurance brokers will no longer be able to offer referral fees as an incentive to a strata property manager. The benefits are twofold. First, this will give strata councils more confidence that the choice of their insurer or their broker has not been swayed by referral fees. And second, the referral fee comes out of the commission that an insurance broker makes. And so with referral fees ending, we certainly strongly encourage brokers to pass those cost savings on to strata corporations. As I've said, this is a complex problem without a simple solution. But today's legislation is a step forward in tackling this problem. It also paves the way for us to bring in additional regulatory measures. Measures, again, that are going to improve financial transparency by requiring brokers to disclose their commissions on a strata property. We're also strengthening notification requirements about changes to insurance costs and insurance coverage, or an intent by a company not to renew. This again is going to help strata corporations get the notice they deserve and need to plan ahead. Additionally, the BC Financial Services Authority is going to continue their work over the summer with a further report expected in the fall. And with that, I'll turn it over to Minister Robinson to provide details on the other piece of the legislation. We do absolutely understand the difficulty that people living in stratas are facing when dealing with significant increases in insurance costs, or in some cases, not being able to find insurance at all. And we know that this is placing people in difficult circumstances and risking their ability to keep their home or to maintain it. This is an issue that has been growing for a number of months, and it's one that is being felt in communities across the province and, in fact, around the world. As mentioned by both Minister James and the BC Financial Services Authority last week, this is an extremely complex issue with a number of national and global factors affecting cost and availability of insurance. This is a problem that has been identified by many organizations, including groups from the insurance industry, the strata owners associations, the official opposition, and many strata owners who have been reaching out to us on their own. As the FSA pointed out last week, there is a role for everyone involved to getting to a solution, and that includes government. While there is no quick fix to this problem, this legislation is a first step in government doing its part to tackle a challenging problem facing many British Columbians. The amendments we have tabled today to the Strata Property Act and Financial Institutions Act will not only help bring more transparency to the strata insurance market, but they will give strata councils and owners additional tools to cope with the challenges that they are facing today. This legislation will also provide a roadmap for future measures that will help manage these significant increases and undo some of the damage caused by some decisions made by previous governments. In addition to action on items like referral fees and broker commissions, as described by my colleague, these amendments to the Strata Property Act will give clear guidelines for what strata corporations are required to do in a number of other situations. For example, they will require strata corporations to inform people about any changes to insurance coverage in advance, such as increases in deductibles, so owners can make informed decisions about their own coverage and financial planning. Today, owners may only find out about these decisions that are made by strata managers or councils and have little notice for these increased fees. The amendments also make it clear that stratas are authorized to use their contingency reserve fund to pay for any unexpected, unbudgeted, and imminent premium increase, to limit the need to rely on assessments or risk gaps in insurance coverage. And these changes will protect strata unit owners against large lawsuits from strata corporations if the owner was legally responsible for a loss or damage, but through no fault of their own. As Carol said earlier, we know there isn't a simple solution to solving the challenges facing BC's strata insurance market.
But that doesn't mean we shouldn't take the steps that we can, and that's what we're doing today. ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।